बाइबल चो मुहब्बतां दी मैनू खुशबू आउंदी है। 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 ताइयों ता जान मेरी, ताइयों ता जान मेरी सना रब दी गाउंदी है। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ ਪ੍ਰੇਮੀ ਪਰਮੇਸ਼ਰ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ ਜੋ ਤੁਸੀਂ ਸਾਡੇ ਨਾਲ ਨਿਤ ਪ੍ਰਤੀ ਦਿਨ ਆਪਣੇ ਵਚਨ ਦਾ ਪਰਮੇਸ਼ਰ ਪਿਤਾ ਪ੍ਰਕਾਸ਼ਵਾ ਕਰਕੇ ਸਾਨੂੰ ਆਪਣੇ ਰਾਜ ਵਿੱਚ ਚਲਾਉਂਦੇ ਹੋ ਕਿ ਤੇਰੇ ਨਾਮ ਨੂੰ ਆਦਰ, ਮਾਨ ਅਤੇ ਮਹਿਮਾ ਮਿਲੇ ਅਤੇ ਨਿਤ ਪ੍ਰਤੀ ਦਿਨ ਨਵੀਆਂ ਗੱਲਾਂ ਸਿਖਾ ਕੇ ਸਾਨੂੰ ਸਵਰਗ ਰਾਜ ਦੇ ਲਈ ਮਜ਼ਬੂਤ ਕਰਦੇ ਹੋ ਅਤੇ ਉਸ ਦੀ ਸੁੰਦਰਤਾ ਦੇ ਵਿੱਚ ਸਾਨੂੰ ਵਧਾਉਂਦੇ ਹੋ। ਅਸੀਂ ਉਸ ਦੇ ਲਈ ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਅੱਜ ਦੇ ਇਸ ਸੁੰਦਰ ਵਚਨ ਦੇ ਰਾਹੀਂ ਅਸੀਂ ਤੇਰੀ ਪਰਮੇਸ਼ਰ ਪਿਤਾ ਸਿੱਖਿਆ ਲੈ ਕੇ ਤੇਰੇ ਰਾਜ ਵਿੱਚ ਵਧਦੇ ਜਾਈਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਵਿੱਚ ਚੱਲ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਔਰ ਇਸ ਵਚਨ ਨੂੰ, ਵਚਨ ਸੁਣਨ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਇਬਰਾਨੀਆਂ ਦੀ ਪੁਸਤਕ, ਉਸ ਦਾ 1 ਅਧਿਆਇ, ਉਸ ਦੀ 1 ਅਤੇ 2 ਆਇਤਾਂ ਤੋਂ ਮੈਂ ਇਸ ਨੂੰ ਲਿਆ ਹੈ। ਇੱਥੇ ਲਿਖਿਆ ਹੈ, ਪ੍ਰਾਚੀਨ ਯੁੱਗ ਵਿੱਚ ਪਰਮੇਸ਼ਵਰ ਨੇ ਬਜ਼ੁਰਗਾਂ ਤੋਂ ਥੋੜਾ ਥੋੜਾ ਕਰਕੇ ਅਤੇ ਭਾਂਤੀ ਭਾਂਤੀ ਨਾਲ ਨਵੀਆਂ ਦੇ ਰਾਹੀਂ ਗੱਲਾਂ ਕਰਕੇ ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲਾਂ ਕੀਤੀਆਂ, ਜਿਸ ਨੂੰ ਉਸ ਨੇ ਸਾਰੀਆਂ ਵਸਤਾਂ ਦਾ ਵਾਰਿਸ ਠਹਿਰਾਇਆ ਅਤੇ ਉਸ ਦੇ ਰਾਹੀਂ ਉਸ ਨੇ ਜਹਾਨ ਰਚੇ। ਅੱਜ ਦਾ ਜੋ ਮੇਰਾ ਇਸ ਵਚਨ ਦੇ ਨਾਲ ਜੋ ਵਿਸ਼ਾ ਹੈ, ਪਰਮੇਸ਼ਵਰ ਦੀਆਂ ਗੱਲਾਂ। ਕੀ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਚਿੱਤ ਲਾਉਂਦੇ ਹਾਂ? ਕੀ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਦੇ ਹਾਂ? ਕੀ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਧਿਆਨ ਦਿੰਦੇ ਹਾਂ? ਅਸੀਂ ਕੀ ਸੋਚਦੇ ਹਾਂ ਪਰਮੇਸ਼ਵਰ ਨਾਲ ਕਿਵੇਂ ਗੱਲ ਕਰੀਏ? ਅਸੀਂ ਕੀ ਸੋਚਦੇ ਹਾਂ ਪਰਮੇਸ਼ਵਰ ਕਿੰਝ ਸਾਡੇ ਨਾਲ ਗੱਲਾਂ ਕਰਦਾ ਹੈ? ਇਹ ਸਵਾਲ ਬਹੁਤ ਸਾਰੇ ਇਸ ਵਚਨ ਦੇ ਨਾਲ ਮੇਰੇ ਜੀਵਨ ਦੇ ਵਿੱਚ ਆ ਰਹੇ ਸੀ ਔਰ ਮੈਂ ਸੋਚਦਾ ਹਾਂ ਕਿ ਆਪ ਦੇ ਜੀਵਨ 'ਚ ਵੀ ਆਉਂਦੇ ਹੋਣਗੇ। ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਨਾਲ ਗੱਲਾਂ ਕਰਨ ਦੇ ਲਈ, ਗੱਲਾਂ ਦੇ ਉੱਤੇ ਚਿੱਤ ਲਾਉਣ ਦੇ ਲਈ, ਪਰਮੇਸ਼ਵਰ ਕਿੱਦਾਂ ਦਾ ਹੋਵੇਗਾ, ਕਿਹੋ ਜਿਹਾ ਹੋਵੇਗਾ, ਅਸੀਂ ਉਸ ਨਾਲ ਕਿਸ ਤਰ੍ਹਾਂ ਗੱਲਾਂ ਕਰ ਸਕਦੇ ਹਾਂ, ਅਸੀਂ ਉਸ ਨਾਲ ਆਪਣੇ ਵਿਚਾਰ ਕਿਵੇਂ ਸਾਂਝੇ ਕਰ ਸਕਦੇ ਹਾਂ, ਪਰਮੇਸ਼ਵਰ ਸਾਡੇ ਨਾਲ ਆਪਣੀਆਂ ਗੱਲਾਂ ਸਾਡੇ ਨਾਲ ਕਿਸ ਤਰ੍ਹਾਂ ਜ਼ਾਹਿਰ ਕਰ ਸਕਦਾ ਹੈ। ਇਹ ਸਾਰੀਆਂ ਗੱਲਾਂ ਸਾਡੇ ਜੀਵਨ ਦੇ ਵਿੱਚ ਨਿਤ ਪ੍ਰਤੀ ਦਿਨ ਗੱਲਾਂ ਕਰਦੀਆਂ ਹੋਣਗੀਆਂ, ਪਰ ਜਿਹੜੇ ਵਿਸ਼ਵਾਸੀ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਜਾਣਦੇ ਆ। ਜਿਹੜੇ ਨਹੀਂ, ਉਹਨਾਂ ਨੂੰ ਉਹਨਾਂ ਦੇ ਮਨ ਦੇ ਖਿਆਲਾਤ ਅਤੇ ਵਿਚਾਰ ਉਹਨਾਂ ਨੂੰ ਉਲਝਾ ਕੇ ਲੈ ਜਾਂਦੇ ਅਤੇ ਉਹ ਆਪਣੇ ਰਾਹਾਂ ਦੇ ਵਿੱਚ ਪਰਮੇਸ਼ਵਰ ਨਾਲ ਗੱਲਾਂ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਟਾਂਟੇ ਵਾਂਟੇ ਕਰਦੇ ਆ ਅਤੇ ਭਟਕ ਜਾਂਦੇ ਆ ਅਤੇ ਅੰਤ ਮੌਤ ਦੇ ਵਿੱਚ ਚਲੇ ਜਾਂਦੇ। ਪਰ ਉਹਨਾਂ ਨੂੰ ਰਾਸਤਾ ਜਾਂ ਪਰਮੇਸ਼ਵਰ ਦੀਆਂ ਗੱਲਾਂ ਜਾਂ ਪਰਮੇਸ਼ਵਰ ਨਾਲ ਗੱਲਾਂ ਕਰਨ ਦਾ ਮਾਧਿਅਮ ਨਹੀਂ ਮਿਲਦਾ ਹੈ। ਪਰ ਅੱਜ ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸਾਂ, ਇਸ ਵਚਨ ਦੇ ਉੱਤੇ ਧਿਆਨ ਕਰ ਰਿਹਾ ਸਾਂ, ਤਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਨਜ਼ਰ ਆ ਰਹੀਆਂ ਸੀ। ਅਨੇਕ ਲੋਕ ਆਪਣੇ ਜੀਵਨ ਦੇ ਵਿੱਚ ਇਸ ਖੋਜ ਦੇ ਵਿੱਚ ਹੈ। ਅਸੀਂ ਪਰਮੇਸ਼ਵਰ ਨੂੰ ਬਾਈਬਲ ਵਿੱਚ ਪੜ੍ਹਦੇ ਸਮੇਂ ਸੁਣਦੇ ਹਾਂ। ਪਹਿਲੀ ਗੱਲ ਸਾਨੂੰ ਯਾਦ ਹੈ, ਅਸੀਂ ਪਰਮੇਸ਼ਵਰ ਨੂੰ ਬਾਈਬਲ ਪੜ੍ਹਦੇ ਸਮੇਂ ਸੁਣਦੇ ਹਾਂ। ਬਹੁਤ ਘੱਟ ਲੋਕ ਇਸ ਗੱਲ ਨੂੰ ਸਮਝਦੇ ਹਨ। ਉਹ ਧੀਮੀ ਆਵਾਜ਼ ਦੇ ਨਾਲ ਗੱਲਾਂ ਕਰਦਾ ਹੈ। ਇੱਥੇ ਲਿਖਿਆ, ਪਹਿਲੇ ਸਮਿਆਂ ਦੇ ਵਿੱਚ ਪਰਮੇਸ਼ਵਰ ਨਬੀਆਂ ਦੇ ਰਾਹੀਂ
ਗੱਲਾਂ ਕਰਦਾ ਸੀ। ਪਹਿਲੇ ਸਮੇਂ ਦੇ ਵਿੱਚ ਪਰਮੇਸ਼ਵਰ ਬਜ਼ੁਰਗਾਂ ਦੇ ਰਾਹੀਂ ਗੱਲਾਂ ਕਰਦਾ ਸੀ ਤੇ ਕਈ ਵਾਰ ਉਹਨਾਂ ਨੂੰ ਇਹ ਗੱਲਾਂ ਸਮਝ ਆਉਂਦੀਆਂ ਸੀ, ਕਈ ਵਾਰ ਨਹੀਂ ਸੀ ਆਉਂਦੀਆਂ। ਪਰ ਅੱਜ ਦੇ ਸਮੇਂ ਦੇ ਵਿੱਚ, ਇਸ ਵਰਤਮਾਨ ਯੁੱਗ ਦੇ ਵਿੱਚ ਪਰਮੇਸ਼ਵਰ ਨੇ ਮੇਰੇ ਅਤੇ ਆਪ ਦੇ ਲਈ ਇਸ ਗੱਲ ਦਾ ਸੀਕਰਟ ਖੁੱਲ੍ਹੇਆਮ ਪ੍ਰਗਟ ਕਰ ਦਿੱਤਾ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਕਿੰਨੀ ਵੱਡੀ ਔਰ ਕਿੰਨੀ ਅਦਭੁਤ ਗੱਲ ਹੈ। ਔਰ ਜਦੋਂ ਮੈਂ ਇਸ ਵਚਨ ਦੇ ਉੱਤੇ ਗੌਰ ਕਰ ਰਿਹਾ ਸਾਂ ਤਾਂ ਲਿਖਿਆ ਬਾਈਬਲ ਸਾਨੂੰ ਯਿਸੂ ਮਸੀਹ ਦੇ ਵਿਖੇ ਦੱਸਦੀ ਹੈ ਕਿ ਪਰਮੇਸ਼ਵਰ ਨੇ ਸਾਨੂੰ ਪੁੱਤਰ ਦੇ ਦੁਆਰਾ ਗੱਲਾਂ ਕਰਨ ਦੇ ਲਈ, ਉਸ ਦੇ ਨੇੜੇ ਜਾਣ ਦੇ ਲਈ ਵਚਨ ਦੇ ਵਿੱਚ ਸਾਡੇ ਨਾਲ ਗੱਲਾਂ ਕੀਤੀਆਂ। ਉਸ ਦੇ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦਾ ਤੱਤਵ ਸਾਡੇ ਨਾਲ ਗੱਲਾਂ। ਮੈਂ ਇਸ ਨੂੰ ਹੋਰ ਵੀ ਖੁੱਲ੍ਹ ਕੇ ਜਦੋਂ ਇਸ ਦਾ ਮਨਨ ਕਰ ਰਿਹਾ ਸੀ, ਜੋ ਮੈਂ ਮਨਨ ਕੀਤਾ ਹੈ, ਉਸ ਮਨਨ ਦੇ ਵਿੱਚ ਮੈਂ ਆਪ ਦੇ ਨਾਲ ਵੀ ਵਿਸਤਾਰ ਦੇ ਵਿੱਚ ਗੱਲ ਕਰ ਸਕਦਾ ਹਾਂ। ਇੱਥੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਵੈਂ ਪਰਮੇਸ਼ਵਰ ਦੀ ਵੱਲੋਂ ਮਨੁੱਖ ਬਣ ਕੇ ਇਸ ਧਰਤੀ ਦੇ ਉੱਤੇ ਆਏ ਔਰ ਅੰਤਿਮ ਦਿਨਾਂ ਦੇ ਵਿੱਚ ਉਸ ਨੇ ਪਰਮੇਸ਼ਵਰ ਦੇ ਸਰੂਪ ਬਣ ਕੇ ਸਾਡੇ ਨਾਲ ਗੱਲਾਂ ਕੀਤੀਆਂ, ਸਾਡੇ ਨਾਲ ਗੱਲਾਂ ਕੀਤੀਆਂ। ਬਾਈਬਲ ਇਸ ਗੱਲ ਦਾ ਪ੍ਰਮਾਣ ਦਿੰਦੀ ਹੈ। ਜਦੋਂ ਅਸੀਂ ਯੋਹੰਨਾ ਦੀ ਅੰਜੀਲ ਉਸ ਦਾ 1 ਅਧਿਆਇ ਉਸ ਦੀ 18 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ, ਉਸ ਵਿੱਚ ਲਿਖਿਆ ਹੈ, ਕਿਸੇ ਨੇ ਕਦੇ ਪਰਮੇਸ਼ਵਰ ਨੂੰ ਨਹੀਂ ਵੇਖਿਆ, ਇਕਲੌਤਾ ਪੁੱਤਰ ਜੋ ਪਿਤਾ ਦੀ ਗੋਦ ਵਿੱਚ ਆ, ਉਸੇ ਨੇ ਉਸ ਨੂੰ ਪ੍ਰਗਟ ਕੀਤਾ। ਇਹਦਾ ਮਤਲਬ ਇਸ ਗੱਲ ਨੂੰ ਮੈਂ ਅਗਰ ਆਪ ਦੇ ਨਾਲ ਸਾਫ਼ ਰੀਤੀ ਨਾਲ ਪ੍ਰਗਟ ਕਰਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਵਿਖੇ ਵਿੱਚ ਕਿਹਾ, ਜਿਸ ਨੇ ਮੈਨੂੰ ਵੇਖਿਆ ਉਸ ਨੇ ਪਿਤਾ ਨੂੰ ਵੇਖਿਆ ਹੈ। ਯੋਹੰਨਾ ਦੀ ਅੰਜੀਲ 14 ਅਧਿਆਇ ਉਸ ਦੀ 9 ਆਇਤ। ਇਹਦਾ ਮਤਲਬ ਮਸੀਹ ਨਾ ਸਿਰਫ ਪਰਮੇਸ਼ਵਰ ਦੇ ਲਈ ਬੋਲਦਾ ਹੈ, ਬਲਕਿ ਉਹ ਪਰਮੇਸ਼ਵਰ ਦੇ ਰੂਪ ਵਿੱਚ ਬੋਲਦਾ ਹੈ, ਕਿਉਂਕਿ ਉਹ ਪਰਮੇਸ਼ਵਰ ਹੈ ਸੀ। ਉਹ ਪਰਮੇਸ਼ਵਰ ਹੈ ਸੀ, ਜਿਹੜਾ ਪਰਮੇਸ਼ਵਰ ਦੇ ਸਰੂਪ ਵਿੱਚ, ਜਿਸ ਨੂੰ ਅਸੀਂ ਵੇਖ ਨਹੀਂ ਸੀ ਸਕਦੇ, ਜਿਸ ਨੂੰ ਅਸੀਂ ਜਾਣ ਨਹੀਂ ਸੀ ਸਕਦੇ, ਜਿਸ ਨੂੰ ਅਸੀਂ ਛੂ ਨਹੀਂ ਸੀ ਸਕਦੇ, ਉਸ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਗੱਲਾਂ ਕਰਦੇ ਵੇਖ ਸਕਦੇ ਹਾਂ। ਕਿੰਨਾ ਅਦਭੁਤ ਹੈ। ਪਹਿਲਾਂ ਮੇਰੇ ਅਤੇ ਪਰਮੇਸ਼ਵਰ ਦੇ ਵਿੱਚ ਬਹੁਤ ਵੱਡੀ ਦੂਰੀ ਸੀ, ਪਰ ਉਸ ਦੂਰੀ ਨੂੰ ਪਰਮੇਸ਼ਵਰ ਨੇ ਮੇਰੇ ਅਤੇ ਆਪ ਦੇ ਵਿੱਚ, ਮੇਰੇ ਅਤੇ ਪਰਮੇਸ਼ਵਰ ਦੇ ਵਿੱਚ ਉਸ ਖਾਈ ਨੂੰ ਦੂਰ ਕਰਨ ਦੇ ਲਈ, ਉਸ ਗਹਿਰਾਈ ਨੂੰ ਦੂਰ ਕਰਨ ਦੇ ਲਈ ਪਰਮੇਸ਼ਵਰ ਨੇ ਸਵੈਂ ਮਨੁੱਖ ਬਣ ਕੇ ਪ੍ਰਭੂ ਯਿਸੂ ਮਸੀਹ ਦੇ ਸਰੂਪ ਵਿੱਚ ਮੇਰੇ ਨਾਲ ਗੱਲ ਕੀਤੀ। ਕਲੋਸੀਆਂ ਦੀ ਪੁਸਤਕ ਦੇ ਵਿੱਚ ਲਿਖਿਆ ਹੈ, ਉਹ ਸ੍ਰੇਸ਼ਟ ਸੀ, ਸਭ ਕੁਝ ਉਹਦੇ ਹੱਥ ਵਿੱਚ ਸੀ ਔਰ ਸਾਰਾ ਇਖਤਿਆਰ ਉਸ ਨੂੰ ਦਿੱਤਾ ਗਿਆ ਸੀ। ਯੋਹੰਨਾ ਦੀ ਅੰਜੀਲ 1:3 ਦੇ ਵਿੱਚ ਲਿਖਿਆ ਹੈ, ਉਹ ਸ਼ਬਦ ਸੀ, ਉਸ ਸ਼ਬਦ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਔਰ ਉਹ ਸ਼ਬਦ 1:14 ਦੇ ਵਿੱਚ ਲਿਖਿਆ, ਦੇਹਧਾਰੀ ਹੋਇਆ, ਮਨੁੱਖਾਂ ਦੇ ਵਿੱਚ ਕਿਰਪਾ ਅਤੇ ਸੱਚਾਈ ਦੇ ਨਾਲ ਉਸਨੇ ਡੇਰਾ ਕੀਤਾ। ਅਸੀਂ ਉਸ ਵਿੱਚ ਪਿਤਾ ਦੇ ਇਕਲੌਤੇ ਦੀ ਮਹਿਮਾ ਡਿੱਠੀ। ਕਿੰਨਾ ਅਦਭੁਤ ਪਰਮੇਸ਼ਵਰ ਹੈ, ਜਿਸ ਨੇ ਸਾਡੇ ਨਾਲ ਗੱਲਾਂ ਕਰਨ ਦੇ ਲਈ ਸਵੈਂ ਮਨੁੱਖੀ ਰੂਪ ਧਾਰ ਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਅਤੇ ਆਪ ਦੇ ਨਿਸਤਾਰੇ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਗੱਲ ਕੀਤੀ। ਕਿਉਂਕਿ ਅਸੀਂ ਪਾਪੀ ਸੀ ਔਰ ਪਾਪੀਆਂ ਦੇ ਨਾਲ ਪਰਮੇਸ਼ਵਰ ਗੱਲ ਨਹੀਂ ਸੀ ਕਰਦਾ, ਪਾਪੀਆਂ ਦੇ ਨੇੜੇ ਨਹੀਂ ਸੀ ਆਉਂਦਾ। ਉਹ ਪਾਪ ਦੇ ਨਾਲ ਘਿਣ ਕਰਦਾ ਸੀ, ਪਾਪ ਦੇ ਨਾਲ ਨਫ਼ਰਤ ਕਰਦਾ ਸੀ। ਪਰ ਅੱਜ
ਉਹ ਮੇਰੇ ਅਤੇ ਆਪ ਦੇ ਪਾਪਾਂ ਨੂੰ ਦੂਰ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਡਾ ਵਿਚੋਲਾ ਬਣਿਆ, ਸਾਡੇ ਨਾਲ ਗੱਲਾਂ ਕਰਨ ਦੇ ਲਈ। ਕਿੰਨੀ ਅਦਭੁਤ ਗੱਲ ਹੈ ਕਿ ਉਸ ਨੇ ਮੇਰੇ ਨਾਲ ਗੱਲਾਂ ਕੀਤੀਆਂ। ਜਦੋਂ ਮੈਂ ਪਹਿਲਾ ਕੁਰਿੰਥੀਆਂ ਉਸ ਦਾ 2 ਅਧਿਆਏ ਉਸ ਦੀ 12 ਆਇਤ ਪੜ੍ਹਦਾ ਹਾਂ ਤਾਂ ਉਸ ਵਿੱਚ ਪਰਮੇਸ਼ਵਰ ਦਾ ਦਾਸ ਇੰਜ ਗੱਲਾਂ ਕਰਦਾ ਹੈ, ਕਹਿੰਦਾ ਪਰ ਅਸਾਂ ਨੇ ਸੰਸਾਰ ਦਾ ਆਤਮਾ ਨਹੀਂ, ਪਰ ਉਹ ਆਤਮਾ ਪਾਇਆ ਹੈ ਜੋ ਪਰਮੇਸ਼ਵਰ ਦੀ ਵੱਲੋਂ ਹੈ, ਕਿ ਅਸੀਂ ਉਹਨਾਂ ਗੱਲਾਂ ਨੂੰ ਜਾਣੀਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀਆਂ ਹਨ। ਸਾਨੂੰ ਪੁੱਤਰ ਦਿੱਤਾ ਹੈ, ਅਸੀਂ ਉਸ ਦੇ ਰਾਹੀਂ ਪਰਮੇਸ਼ਵਰ ਨੂੰ ਜਾਣੀਏ ਅਤੇ ਪਰਮੇਸ਼ਵਰ ਦੀ ਮਨਸ਼ਾ ਨੂੰ ਸਮਝੀਏ ਅਤੇ ਪਰਮੇਸ਼ਵਰ ਦੀ ਪਵਿੱਤਰਤਾ ਦੇ ਵਿੱਚ ਜਾਈਏ। ਕਿੰਨੀ ਅਦਭੁਤ ਗੱਲ! ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਜਾਣੀਏ ਅਤੇ ਪਰਮੇਸ਼ਵਰ ਨੂੰ ਜਾਣੀਏ ਨਹੀਂ, ਉਹਦੇ ਨਾਲ ਪੁੱਤਰ ਦੇ ਰਾਹੀਂ ਗੱਲਾਂ ਕਰੀਏ। ਔਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਅਸੀਂ ਇਹ ਗੱਲਾਂ ਕਰ ਸਕਦੇ ਹਾਂ। ਕਿੱਦਾਂ ਕਰ ਸਕਦੇ ਹਾਂ? ਜਦੋਂ ਮੈਂ ਦੂਸਰਾ ਤਿਮੋਥੀਅਸ ਉਸ ਦਾ 3 ਅਧਿਆਏ ਉਸ ਦੀ 14 ਤੋਂ ਲੈ ਕੇ 17 ਆਇਤਾਂ ਤੱਕ ਪੜ੍ਹਦਾ ਹਾਂ ਤਾਂ ਇੱਥੇ ਪਰਮੇਸ਼ਵਰ ਮੇਰੇ ਨਾਲ ਗੱਲਾਂ ਕਰ, ਕਹਿੰਦਾ ਤੂੰ ਇਹਨਾਂ ਗੱਲਾਂ ਉੱਤੇ ਜੋ ਤੂੰ ਸਿੱਖਿਆ ਹਨ ਪ੍ਰਤੀਤ ਕੀਤੀ, ਇਹ ਜਾਣ ਕੇ ਮਜ਼ਬੂਤ ਬਣਿਆ ਰਹਿ ਕਿ ਤੈਂ ਉਹਨਾਂ ਨੂੰ ਕਿਹਨਾਂ ਤੋਂ ਸਿੱਖਿਆ। 15 ਉਹ ਬਾਲਕਪਨ ਤੋਂ ਪਵਿੱਤਰ ਸ਼ਾਸਤਰ ਤੇਰਾ ਜਾਣਿਆ। ਇਹਦਾ ਮਤਲਬ ਅਸੀਂ ਕਿਹਦੇ ਨਾਲ ਗੱਲਾਂ ਕਰ ਸਕਦੇ ਹਾਂ? ਪੌਲਸ ਰਸੂਲ ਤਿਮੋਥੀ ਨੂੰ ਦੱਸ ਰਿਹਾ ਪਵਿੱਤਰ ਸ਼ਾਸਤਰ। ਕਹਿੰਦਾ ਉਹ ਪਵਿੱਤਰ ਸ਼ਾਸਤਰ ਤੇਰਾ ਜਾਣਿਆ ਹੋਇਆ ਹੈ ਜੋ ਤੈਨੂੰ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਬੁੱਧੀਮਾਨ ਬਣਾ ਸਕਦਾ ਹੈ। ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਮੇਰੇ ਭਾਈ ਅਤੇ ਭੈਣ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਰਮੇਸ਼ਰ ਨੂੰ ਜਾਣੀਏ, ਪਰਮੇਸ਼ਰ ਨੂੰ ਸਮਝੀਏ ਅਤੇ ਪਰਮੇਸ਼ਰ ਦੀ ਮਨਸ਼ਾ ਸਾਡੇ ਉੱਤੇ ਪ੍ਰਗਟ ਹੋਵੇ, ਤਾਂ ਪ੍ਰਭੂ ਯਿਸੂ ਮਸੀਹ ਦੀ ਮੁਕਤੀ ਨੂੰ ਜੋ ਉਸ ਨੇ ਮੇਰੇ ਪਾਪੀ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਪ੍ਰਗਟ ਕਰਕੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਕਿ ਮੈਂ ਪਰਮੇਸ਼ਵਰ ਦੇ ਨਾਲ ਗੱਲਾਂ ਕਰਾਂ। ਕਿੰਨਾ ਅਦਭੁਤ ਪਰਮੇਸ਼ਵਰ ਹੈ, ਕਿੰਨਾ ਮਹਾਨ ਪਰਮੇਸ਼ਵਰ ਹੈ ਜਿਹੜਾ ਮੇਰੇ ਨਾਲ ਗੱਲ ਕਰਨ ਦੇ ਲਈ ਸਵੈ ਮਨੁੱਖ ਬਣ ਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਪਰਾਲਾ ਕੀਤਾ। ਇਸ ਤਰ੍ਹਾਂ ਦਾ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਨੇ ਉਪਰਾਲਾ ਨਹੀਂ ਕੀਤਾ ਕਿ ਅਸੀਂ ਪਰਮੇਸ਼ਵਰ ਦੇ ਨਾਲ ਗੱਲਾਂ ਕਰੀਏ। ਪ੍ਰਭੂ ਯਿਸੂ ਮਸੀਹ ਜੋ ਮੇਰਾ ਮੁਕਤੀ ਦਾਤਾ ਬਣ ਕੇ ਇਸ ਦੁਨੀਆ ਦੇ ਵਿੱਚ ਆਇਆ, ਜਿਸ ਨੇ ਮੇਰੇ ਪਾਪ ਦਾ ਇੱਕ ਇੱਕ ਕਰਜ਼ ਕਾਲਵਰੀ ਕਰੂਸ ਦੇ ਉੱਤੇ ਚੁਕਾਇਆ। ਇਹਨਾਂ ਪੈਰਾਂ ਦੇ ਨਾਲ ਮੈਂ ਬਦੀਆਂ ਵੱਲ ਭੱਜ ਕੇ ਜਾਂਦਾ ਸੀ, ਇਹਨਾਂ ਹੱਥਾਂ ਦੇ ਨਾਲ ਮੈਂ ਬੁਰਾਈਆਂ ਕਰਦਾ ਸੀ, ਮਨ ਦੇ ਵਿੱਚ ਬੁਰੀਆਂ ਸੋਚਾਂ ਦੇ ਨਾਲ ਮੈਂ ਪਾਪ ਕਰਦਾ ਸੀ, ਦੇਖਣ ਦੇ ਨਾਲ ਪਾਪ ਕਰਦਾ ਸੀ, ਸੁਣਨ ਦੇ ਨਾਲ ਪਾਪ ਕਰਦਾ ਸੀ, ਬੋਲਣ ਦੇ ਨਾਲ ਪਾਪ ਕਰਦਾ ਸੀ, ਪਿੱਠ ਦੇ ਉੱਤੇ ਪਾਪ ਦਾ ਬੋਝ ਲੈ ਕੇ ਚੱਲਦਾ ਸੀ, ਦਿਲ ਦੇ ਵਿੱਚ ਬੁਰੇ ਖਿਆਲ ਰੱਖਦਾ ਸੀ। ਇਹ ਸਭ ਦਾ ਕਰਜ਼ ਮੇਰੇ ਪਿਆਰੇ ਅਸੀਸ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਕਾਲਵਰੀ ਕਰੂਸ ਦੇ ਉੱਤੇ ਚੁਕਾ ਦਿੱਤਾ ਅਤੇ ਉਸਨੇ ਕਾਲਵਰੀ ਕਰੂਸ ਦੇ ਉੱਤੇ ਮੈਨੂੰ ਅਤੇ ਆਪ ਨੂੰ ਪਿਤਾ ਦੇ ਨਾਲ ਮਿਲਾਉਣ ਦੇ ਲਈ ਉਸਨੇ ਕਿਹਾ ਪੂਰਾ ਹੋਇਆ। ਜਦੋਂ ਮੈਂ ਉਸ ਕੀਤੇ ਹੋਏ ਦੇ ਉੱਤੇ ਵਿਸ਼ਵਾਸ ਕਰਦਾ, ਪ੍ਰਭੂ ਯਿਸੂ ਮਸੀਹ ਜੀ ਤੁਸੀਂ ਇਸ ਦੁਨੀਆ ਦੇ ਵਿੱਚ ਮੇਰੇ ਲਈ ਆਏ ਔਰ ਮੇਰੇ ਪਾਪੀ ਦੇ ਲਈ ਸਭ ਤਸੀਹੇ ਸਹੇ ਅਤੇ ਮੇਰੇ ਪਾਪੀ ਦੇ ਲਈ ਆਪਨੇ ਆਪਣਾ ਕੀਮਤੀ ਲਹੂ ਕਾਲਵਰੀ ਕਰੂਸ ਦੇ ਉੱਤੇ ਬਹਾ ਦਿੱਤਾ ਔਰ ਮੇਰੇ ਪਾਪੀ ਦੇ ਲਈ ਆਪ ਮਾਰੇ ਗਏ, ਗੱਡੇ ਗਏ ਅਤੇ ਤੀਸਰੇ ਦਿਨ ਜੀ ਉੱਠੇ। ਹੁਣ ਤੁਸੀਂ ਮੇਰੇ ਪ੍ਰਭੂ ਹੋ, ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਇਹ ਸਭ ਮੈਂ ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਨ ਲੈਂਦਾ ਹਾਂ ਅਤੇ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦਾ ਹਾਂ। ਆਮੀਨ। ਇੰਨਾ ਕਰਨ ਦੇ ਨਾਲ ਮੇਰੇ ਪਿਆਰੇ ਅਸੀਸ ਪਰਮੇਸ਼ਵਰ ਦੇ ਨਾਲ ਮੇਰਾ ਰਿਸ਼ਤਾ ਜੁੜ ਜਾਂਦਾ ਹੈ ਅਤੇ ਇਸ ਵਚਨ ਦੇ ਨਾਲ ਉਹ ਨਿਤ ਪ੍ਰਤੀ ਦਿਨ ਮੇਰੇ ਨਾਲ ਗੱਲਾਂ ਕਰਦਾ ਹੈ।
ਕਾਹਦੀਆਂ ਗੱਲਾਂ ਕਰਦਾ ਹੈ? ਮੈਨੂੰ ਨਿਤ ਪ੍ਰਤੀ ਦਿਨ ਸ਼ੁੱਧ ਹੋਣ ਦੇ ਲਈ, ਨਿਤ ਪ੍ਰਤੀ ਦਿਨ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਵਧਣ ਦੇ ਲਈ, ਨਿਤ ਪ੍ਰਤੀ ਦਿਨ ਸੱਚਾਈ ਦੇ ਉੱਤੇ ਖੜੇ ਰਹਿਣ ਦੇ ਲਈ, ਨਿਤ ਪ੍ਰਤੀ ਦਿਨ ਪਰਮੇਸ਼ਵਰ ਦੀਆਂ ਜਿਉਂਦੀਆਂ ਵਰਕਤਾਂ ਪ੍ਰਾਪਤ ਕਰਨ ਦੇ ਲਈ ਉਹ ਮੇਰੇ ਨਾਲ ਇਸ ਵਚਨ ਦੇ ਮਾਧਿਅਮ ਮੇਰੇ ਨਾਲ ਗੱਲਾਂ ਕਰਦਾ ਹੈ। ਕਿੱਦਾਂ? ਇੱਥੇ 16 ਦੇ ਵਿੱਚ ਲਿਖਿਆ ਹੈ, ਜਦੋਂ 3:16 ਦੂਸਰਾ ਤਿਮੋਥੀਅਸ ਦੇ ਵਿੱਚ ਕਹਿੰਦਾ ਪਵਿੱਤਰ ਸ਼ਾਸਤਰ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ, ਉਹ ਸਿੱਖਿਆ ਦੇਣ, ਸਮਝਾਉਣ, ਸੁਧਾਰਨ, ਧਰਮ ਦੀ ਸਿੱਖਿਆ ਦੇ ਲਈ ਮੇਰੇ ਜੀਵਨ ਦੇ ਲਈ ਲਾਭਦਾਇਕ, ਤਾਂ ਕਿ ਪਰਮੇਸ਼ਵਰ ਦਾ ਬੰਦਾ ਸਿੱਧ ਅਤੇ ਹਰ ਇੱਕ ਭਲੇ ਕੰਮ ਦੇ ਲਈ ਕਾਬਿਲ ਬਣੇ। ਪਰਮੇਸ਼ਵਰ ਇਸ ਵਚਨ ਦੇ ਰਾਹੀਂ ਨਿਤ ਪ੍ਰਤੀ ਦਿਨ ਮੇਰੇ ਜੀਵਨ ਦੇ ਵਿੱਚ ਗੱਲਾਂ ਕਰਨਾ ਚਾਹੁੰਦਾ ਹੈ ਤੇ ਕਰਦਾ ਹੈ। ਪਰ ਗੱਲਾਂ ਕਿਵੇਂ ਕਰੇਗਾ? ਜਦ ਤੱਕ ਮੈਂ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਪ੍ਰਤੀ ਸਪੁਰਦ ਨਹੀਂ ਕਰਦਾ। ਔਰ ਜਦੋਂ ਮੈਂ ਸਪੁਰਦ ਕਰਦਾ ਹਾਂ ਤਾਂ ਉਹਦਾ ਆਤਮਾ ਮੈਨੂੰ ਉਹਦੇ ਨਾਲ ਗੱਲਾਂ ਕਰਨ ਦੇ ਲਈ ਮੇਰੀ ਮਦਦ ਕਰਦਾ ਹੈ। ਕਿਵੇਂ ਗੱਲਾਂ ਕਰਦਾ ਹੈ? ਕਿਵੇਂ ਮਦਦ ਕਰਦਾ ਹੈ? ਜਦੋਂ ਮੈਂ ਯਹੋਨਾ ਦੀ ਅੰਜੀਲ ਉਸ ਦਾ 16 ਅਧਿਆਏ ਉਸ ਦੀ 13 ਆਇਤ ਨੂੰ ਪੜ੍ਹਦਾ, ਇੱਥੇ 16 ਦੀ 13 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਜਾਂ ਉਹ ਸੱਚ ਦਾ ਆਤਮਾ ਆਵੇਗਾ ਅਤੇ ਸੱਚ ਦਾ ਮਾਰਗ ਤੁਹਾਨੂੰ ਦੱਸੇਗਾ ਅਤੇ ਆਪਣੇ ਵੱਲੋਂ ਕੁਝ ਨਾ ਕਹੇਗਾ, ਜੋ ਕੁਝ ਸੁਣੇਗਾ ਉਹੀ ਕਹੇਗਾ ਅਤੇ ਆਉਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। He will guide you। ਔਰ ਜਦੋਂ ਮੈਂ 14 ਅਧਿਆਏ ਉਸ ਦੀ 26 ਆਇਤ ਪੜ੍ਹਦਾ, ਕਹਿੰਦਾ ਅਰਥਾਤ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਦੇ ਵਿੱਚ ਘੱਲੇਗਾ ਉਹ ਤੁਹਾਨੂੰ ਸਭ ਗੱਲਾਂ ਸਿਖਾਏਗਾ। He will teach you। ਅੱਗੇ ਲਿਖਿਆ ਹੈ ਉਹ ਸਿਖਾਏਗਾ ਨਹੀਂ, ਜੋ ਕੁਝ ਮੈਂ ਤੁਹਾਡੇ ਨਾਲ ਕਿਹਾ ਹੈ ਉਹ ਤੁਹਾਨੂੰ ਯਾਦ ਕਰਵਾਵੇਗਾ। He will remember you। He will guide you, He will teach you, He will remember you। ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ, ਇਹ ਵਚਨ, ਇਹ ਸਾਰੀ ਲਿਖ ਜੋ ਪਰਮੇਸ਼ਵਰ ਦੇ ਆਤਮਾ ਤੋਂ ਹੈ, ਜਦੋਂ ਮੈਂ ਸਵੀਕਾਰ ਕਰ ਲੈਂਦਾ ਹਾਂ, ਉਸ ਦਾ ਇੱਕ ਵਿਸ਼ਵਾਸੀ ਪੁੱਤਰ ਬਣ ਜਾਂਦਾ ਹਾਂ, ਤਾਂ ਜੋ ਮੇਰੇ ਨਾਲ ਗੱਲਾਂ ਕਰਦਾ ਹੈ ਆਪਣੇ ਵਚਨ ਦੇ ਮਾਧਿਅਮ ਨਾਲ। ਉਹ ਮੈਨੂੰ ਗਾਈਡ ਕਰਦਾ ਹੈ, ਉਹ ਮੈਨੂੰ ਸਿਖਾਉਂਦਾ ਹੈ ਅਤੇ ਮੈਨੂੰ ਉਸ ਦੇ ਵਚਨ ਦੇ ਵਿੱਚੋਂ ਯਾਦ ਕਰਾਉਂਦਾ ਹੈ ਕਿ ਪਰਮੇਸ਼ਵਰ ਨੇ ਮੇਰੇ ਲਈ ਇਹ ਕਿਹਾ ਕਿ ਮੈਂ ਇੱਦਾਂ ਕਰਾਂ। ਕਿੰਨਾ ਅਦਭੁਤ ਹੈ ਪਰਮੇਸ਼ਵਰ, ਜਿਹੜਾ ਆਪਣੇ ਵਚਨ ਦੇ ਰਾਹੀਂ ਆਪਣੇ ਪੁੱਤਰ ਦੇ ਨਿਮਿਤ ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਮੇਰੇ ਨਾਲ ਗੱਲਾਂ ਕਰਨਾ ਚਾਹੁੰਦਾ। ਕੀ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਡੇ ਨਾਲ ਗੱਲਾਂ ਕਰੇ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਰਮੇਸ਼ਵਰ ਦੇ ਨਾਲ ਗੱਲਾਂ ਕਰਕੇ ਸਵਰਗ ਦੀਆਂ ਗੱਲਾਂ ਨੂੰ ਅਸੀਂ ਜਾਣੀਏ? ਜ਼ਰੂਰ ਮੇਰੇ ਭਾਈ ਅਤੇ ਭੈਣ, ਮੈਂ ਤਾਂ ਇਹ ਗੱਲ ਨੂੰ ਸਮਝ ਗਿਆ ਅਤੇ ਮੈਂ ਅੱਜ ਉਹਦੇ ਨਾਲ ਗੱਲਾਂ ਕਰਦਾ ਅਤੇ ਮੈਂ ਆਨੰਦਿਤ ਹਾਂ। ਜੇ ਤੁਸੀਂ ਵੀ ਗੱਲਾਂ ਕਰਨਾ ਚਾਹੁੰਦੇ ਹੋ, ਆਨੰਦਿਤ ਹੋਣਾ ਚਾਹੁੰਦੇ ਹੋ, ਤਾਂ ਉਸ ਨੂੰ ਸਵੀਕਾਰ ਕਰੋ। ਜੇ ਸਵੀਕਾਰ ਕਰ ਲਿਆ ਹੈ ਤਾਂ ਪ੍ਰਾਰਥਨਾ ਸਹਿਤ ਇਸ ਵਚਨ ਦੇ ਵਿੱਚ ਆਓ, ਤਾਂ ਤੁਹਾਡੇ ਨਾਲ ਗੱਲਾਂ ਕਰੇਗਾ ਅਤੇ ਤੁਸੀਂ ਆਨੰਦਿਤ ਹੋ ਜਾਓਗੇ, ਬਾਗ-ਬਾਗ ਹੋ ਜਾਓਗੇ। ਪਰਮੇਸ਼ਵਰ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਹਾਰਾਜ।